ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। श्री राग महला पहला कर दूजा। तन जोबन अर फुल्लड़ा नाठियड़े दिन चार। पब्बन केरे पत ज्यों टाल टुल जुम्मन हार। रंग मान लै प्यारिया जां जोबन नौ हुल्ला। दिन थोड़े थके पया पुराना चोला। रहाऊ सज्जन मेरे रंगले जाए सुते जीरान। हम भी वन्या डुमणी रोमा झीणी बान। की न सुने ही गोरिए आपन कन्नी सोए। लगी आवें साहुरे नित न पेया होए। नानक सुती पेया जान विरती सन। गुणा गवाई गंठड़ी अवगुण चली बन। वाहिगुरु जी का खालसा वाहिगुरु जी की फतेह। सतनाम वाहिगुरु साहिब जी। हमरा धन माधो गोबिंद धरनी धर। यह सार धन कहिए जो सुख प्रभ गोबिंद की सेवा। सो सुख राज ना लहिए। कबीर ए तन जाएगा सको तां लेह बहोर। नांगे पावों ते गए जिनके लाख करोड़। परम सन्मानयोग चौर तख्त दे मालक दो जहां वाले साहिब शब्द गुरु गुरु ग्रंथ साहिब पातशाह जी दी पावन पवित्र हजूरी अंदर सुभाएमान गुरु सवारी साध संगत जीओ। गुरु शब्द दियां सांझां करन तो पहलां सतगुरां दे मुबारक कदमां विच अदब सहित समूह संगत रल मिल निभावो सीस। अदब सहित आखो जी
ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਸ਼੍ਰੀ ਰਾਗ ਮਹਲਾ ਪਹਿਲਾ ਘਰ ਦੂਜਾ। ਧਨ ਜੋਬਨ ਅਰ ਫੁੱਲੜਾ, ਨਾਠੀੜੇ ਦਿਨ ਚਾਰ। ਲੜੀਵਾਰ ਚੱਲ ਰਹੀ ਸ਼ਬਦ ਵਿਚਾਰ ਜੋ ਆਪ ਜੀ ਹਰ ਰੋਜ਼ ਗੁਰੂ ਕਿਰਪਾ ਸਦਕਾ ਸ਼ਰਵਣ ਕਰਦੇ ਹੋ। ਵਿਚਾਰ ਅਧੀਨ ਅੱਜ ਦਾ ਪਾਵਨ ਸ਼ਬਦ ਸ਼੍ਰੀ ਰਾਗ ਅੰਦਰ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਿਆ ਹੋਇਆ 24ਵਾਂ ਸ਼ਬਦ ਹੈ, ਜਿਸ ਦੀਆਂ ਪ੍ਰਾਰੰਭਕ ਪੰਕਤੀਆਂ ਨੇ ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਧਨ, ਇੱਥੇ ਧਨ ਸ਼ਬਦ ਜਿਹੜਾ ਹੈ ਇਹ ਦੁਨਿਆਵੀ ਦੌਲਤ ਲਈ ਵਰਤਿਆ ਗਿਆ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਧਨ ਸ਼ਬਦ ਕਈ ਤਰੀਕਿਆਂ ਨਾਲ ਆਇਆ। ਕਿਤੇ ਸ਼ਾਬਾਸ਼ ਆਖੀਏ ਤੇ ਉੱਥੇ ਵੀ ਸ਼ਬਦ ਧਨ ਵਰਤਿਆ ਹੁੰਦਾ। ਕਿਤੇ ਕਿਤੇ ਇਹ ਸ਼ਬਦ ਜੀਵ ਇਸਤਰੀ ਲਈ ਵੀ ਵਰਤਿਆ ਗਿਆ। ਧਨ ਪਿਰ ਇਹ ਨਾ ਆਖੀਅਨ, ਉੱਥੇ ਧਨ ਸ਼ਬਦ ਇਸਤਰੀ ਵਾਸਤੇ ਵਰਤਿਆ। ਕਿਤੇ ਸ਼ਬਦ ਧਨ ਵਰਤਿਆ, ਜਿਵੇਂ ਧਨ ਧਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਉੱਥੇ ਸ਼ਾਬਾਸ਼। ਧਨ ਸ਼ਬਦ ਸ਼ਾਬਾਸ਼ ਦੇ ਅਰਥਾਂ ਵਿੱਚ ਆਇਆ। ਤੀਸਰਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ, ਇਹਨਾਂ ਦੇ ਉਚਾਰਨ ਵਿੱਚ ਅੰਤਰ ਹੋਵੇਗਾ ਜਾਂ ਨਹੀਂ, ਪਰ ਸਰੂਪ ਦਾ ਫਰਕ ਹੈ। ਜਿੱਥੇ ਧਨ ਲਈ ਇਸਤੇਮਾਲ ਹੋਵੇਗਾ ਇਹ ਸ਼ਬਦ, ਉੱਥੇ ਟਿੱਪੀ ਨਹੀਂ ਹੋਵੇਗੀ, ਤੇ ਜਿੱਥੇ ਸ਼ਾਬਾਸ਼ ਲਈ ਸ਼ਬਦ ਇਸਤੇਮਾਲ ਹੋਵੇਗਾ ਉੱਥੇ ਟਿੱਪੀ ਸਹਿਤ ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ ਹੋਵੇਗਾ। ਕਰੀਬਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਨਿਯਮ ਹੈ। ਅੱਜ ਦਾ ਜਿਹੜਾ ਬਚਨ ਹੈ ਇਹ ਵਰਤਿਆ ਹੈ ਧੱਦਾ ਤੇ ਨੰਨਾ, ਪੈਰ ਵਿੱਚ ਔਂਕੜ ਲੱਗੀ ਹੈ ਨੰਨੇ ਦੇ। ਧਨ ਦੌਲਤ ਲਈ ਵਰਤਿਆ ਹੈ। ਦੂਸਰਾ ਸ਼ਬਦ ਹੈ ਜੋਬਨ, ਜਵਾਨੀ। ਜਦੋਂ ਮਨੁੱਖ ਦਾ ਜੀਵਨ ਸਿਖਰਾਂ ਤੇ ਹੋਵੇ, ਬਚਪਨ ਗੁਜ਼ਰ ਗਿਆ, ਬੁਢੇਪਾ ਅਜੇ ਨਹੀਂ ਆਇਆ, ਅਜੇ ਜਵਾਨੀ ਹੈ, ਸਿਖਰਾਂ ਦਾ ਜੀਵਨ ਹੈ। ਜਿਵੇਂ ਖਿੜਿਆ ਦੁਪਹਿਰਾ, ਜਿਹਨੂੰ ਜਵਾਨੀ ਦੀ ਰੁੱਤ ਕਹਿੰਦੇ ਹੈ, ਖਿੜਿਆ ਹੋਇਆ ਦੁਪਹਿਰਾ, ਜਿੱਦਾਂ ਸੂਰਜ ਤਿੱਖੜ ਦੁਪਹਿਰ। ਜਿਵੇਂ ਜਦੋਂ ਸੂਰਜ ਤਿੱਖਾ ਤਪਦਾ ਹੈ ਉਦੋਂ ਕਹਿੰਦੇ ਨੇ ਸੂਰਜ ਪੂਰੇ ਜੋਬਨ ਤੇ ਹੈ। ਗਰਮੀ ਬਹੁਤ ਪਵੇ, ਜੇਠ ਹਾੜ ਦੀਆਂ ਧੁੱਪਾਂ ਕਾਂ ਦੀ ਅੱਖ ਕੱਢਦੀਆਂ ਹੋਣ, ਉਦਣ ਵੀ ਲੋਕ ਕਹਿੰਦੇ ਨੇ ਗਰਮੀ ਜੋਬਨ ਤੇ। ਉਹ ਮਾਘ ਦਾ ਪਾਲਾ ਆ ਜਾਏ, ਠੰਡ ਆ ਜਾਏ, ਤੇ ਲੋਕ ਕਹਿੰਦੇ ਸਰਦੀ ਪੂਰੇ ਜੋਬਨ ਤੇ ਹੈ। ਬਚਪਨ ਗੁਜ਼ਰ ਗਿਆ, ਬੁਢੇਪਾ ਅਜੇ ਨਹੀਂ ਆਇਆ, ਅਜੇ ਜਵਾਨੀ ਹੈ, ਜਿਹਨੂੰ ਅੰਮ੍ਰਿਤ ਬਾਣੀ ਵਿੱਚ ਬੜੇ ਸੋਹਣੇ ਸ਼ਬਦਾਂ ਅੰਦਰ ਬਾਬਾ ਫਰੀਦ ਸਾਹਿਬ ਨੇ ਇਹਦਾ ਖੁਲਾਸਾ ਕੀਤਾ। ਤੁਸੀਂ ਬਚਨ ਪੜ੍ਹਦੇ ਹੋ ਨਾ, ਇਹ ਕਾਇਆ ਸੋਇਨੇ ਵਰਗੀ, ਕੰਚਨ ਕਾਇਆ, ਅਰੋਗ ਕਾਇਆ। ਪਰ ਕਿਸੇ ਵਿਰਲੇ ਟਾਵੇਂ ਮਨੁੱਖ ਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਜਦੋਂ ਉਮਰ ਜਵਾਨੀ ਦੀ ਹੋਵੇ, ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇ, ਪਰ ਨਾਲ ਇੱਕ ਬਚਨ ਕਿਹਾ, ਵਿਰਲੇ ਕੇਈ ਪਾਈਨ ਜਿਨ੍ਹਾਂ ਪਿਆਰੇ ਨੇ। ਇਹ ਉਮਰ ਚੰਗੀ ਹੈ।
ਤੁਸੀਂ ਸਿਆਣਿਆਂ ਨੂੰ ਆਮ ਤੌਰ ਤੇ ਸ਼ਬਦ ਕਹਿੰਦਿਆਂ ਸੁਣੋਗੇ, ਨੌਜਵਾਨਾਂ ਨੂੰ ਵੀ, ਬੱਚਿਓ ਇਹੀ ਕੰਮ ਦਾ ਸਮਾਂ ਹੈ, ਮਿਹਨਤ ਕਰ ਲਓ। ਦੁਨਿਆਵੀ ਮਿਹਨਤ ਲਈ ਜਿਵੇਂ ਬਜ਼ੁਰਗ ਪ੍ਰੇਰਣਾ ਦਿੰਦੇ ਨੇ ਆਪਣੇ ਨੌਜਵਾਨ ਬੱਚਿਆਂ ਨੂੰ, ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ, ਗੁਰੂ ਦੀ ਬਾਣੀ ਸਾਡੀ ਬੀਤ ਰਹੀ ਉਮਰਾਂ ਨੂੰ ਮੱਦੇ-ਨਜ਼ਰ ਰੱਖ ਕੇ ਮਨੁੱਖ ਨੂੰ ਸਮਝਾਉਂਦੇ ਨੇ ਕਿ ਵਾਹਿਗੁਰੂ ਦਾ ਨਾਮ ਜਪਣ ਦਾ ਵੀ ਇੱਕ ਖਾਸ ਸਮਾਂ ਹੀ, ਜਿਹਦੇ ਵਿੱਚ ਤੇਰੇ ਹੱਡ, ਪੈਰ, ਸਰੀਰ, ਨੇਤਰ ਸਾਰੇ ਅੰਗ ਕੰਮ ਕਰਦੇ ਨੇ। ਬਚਪਨ ਵਿੱਚ ਉਹ ਸੱਤਿਆ ਨਹੀਂ ਹੁੰਦੀ ਤੇ ਬੁਢੇਪੇ 'ਚ ਵੀ ਉਹ ਸ਼ਕਤੀ ਨਹੀਂ ਰਹਿੰਦੀ। ਇਸ ਲਈ ਅੱਜ ਦਾ ਬਚਨ ਜਿਹੜਾ ਸਾਹਿਬ ਨੇ ਵਰਤਿਆ ਹੈ, ਧਨ, ਜੋਬਨ, ਤੀਜਾ ਸ਼ਬਦ ਹੈ ਅਰ ਕਹਿੰਦੇ ਅਤੇ ਫੁੱਲੜਾ, ਇਹ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਮਾਇਆ ਕਿਸੇ ਕੋਲ ਸਦਾ ਨਹੀਂ ਰਹਿੰਦੀ, ਇਸ ਲਈ ਗੁਰਬਾਣੀ ਕਹਿੰਦੀ ਇਹਦਾ ਗਰੂਰ ਨਾ ਕਰੀ, ਜੇ ਆ ਜਾਏ ਤੇ ਗੁਮਾਨ ਨਾ ਕਰੀ, ਕੀ ਪਤਾ ਕਿਹੜੇ ਵੇਲੇ ਉੱਡ ਜਾਣੀ ਹੈ। ਲੰਬੇਰਾ ਸਮਾਂ ਤੇਰੇ ਕੋਲ ਰਵੇ ਜਾਂ ਨਾ ਰਵੇ। ਪੜੋ ਅੰਮ੍ਰਿਤ ਬਾਣੀ ਦੇ ਬਚਨ, ਰਾਜੇ ਰਜਤ ਸਿਕਦਾਰ ਕੋਏ ਨਾ ਰਹਿਸੀਓ। ਜਿਹੜੇ ਤਖਤਾਂ ਦੇ ਮਾਲਕ ਤਖਤਾਂ ਤੇ ਬਹਿ ਕੇ ਹੁਕਮਰਾਨੀ ਕਰ ਰਹੇ ਨੇ, ਰਾਜ ਕਮਾ ਰਹੇ ਨੇ, ਸਿਕਦਾਰ ਸਰਦਾਰ ਮੁਖੀਏ ਬਣ ਕੇ ਜਿਹੜੇ ਆਪਣੀ ਸੈਨਾ ਤੇ ਹਕੂਮਤ ਕਰਦੇ ਨੇ, ਰਾਜੇ ਰਜਤ ਸਿਕਦਾਰ ਕੋਏ ਨਾ ਰਹਿਸੀਓ। ਹਟ ਪਟਣ ਬਾਜ਼ਾਰ ਹੁਕਮੀ ਢੈਸੀਓ। ਹਟ ਕਹਿੰਦੇ ਹੈ ਦੁਕਾਨ, ਪਟਣ ਸ਼ਹਿਰ, ਜਿਸ ਸ਼ਹਿਰ ਵਿੱਚ ਦੁਕਾਨ ਹੈ, ਹਟ ਪਟਣ ਬਾਜ਼ਾਰ, ਗਹਿਮਾ ਗਹਿਮ ਭਰੇ ਹੋਏ, ਜਿਹਦੇ ਵਿੱਚ ਦੁਕਾਨਾਂ ਹੀ ਦੁਕਾਨਾਂ ਨੇ, ਲੋਕ ਗਹਿਮਾ ਗਹਿਮ ਕਰਦੇ ਫਿਰਦੇ ਨੇ। ਸਾਹਿਬ ਕਹਿੰਦੇ ਹੁਕਮੀ ਢੈਸੀਓ। ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ। ਆਪਣੇ ਮਹਿਲ ਪੱਕੇ ਵੇਖ ਕੇ, ਉਹਨਾਂ ਦੇ ਦਰੋ ਦੀਵਾਰ ਦੇਖ ਕੇ ਅਣਜਾਣ ਬੰਦਾ ਸਮਝਦਾ ਇਹ ਮੇਰੇ ਨੇ। ਪਾਤਸ਼ਾਹ ਨੇ ਮੂਰਖ ਸ਼ਬਦ ਵਰਤਿਆ ਹੈ। ਔਰ ਇੱਕ ਗੱਲ ਯਾਦ ਰੱਖਣਾ, ਬੱਚੇ ਲਈ ਸ਼ਬਦ ਵਰਤੀਦਾ ਅਣਜਾਣ, ਇਆਣਾ, ਪਰ ਜਦੋਂ ਉਹ ਉਮਰਾ ਹੰਢਾ ਬੈਠਾ ਹੋਵੇ ਤੇ ਫਿਰ ਹਰਕਤਾਂ ਬੱਚਿਆਂ ਵਾਲੀਆਂ ਕਰੇ, ਉਹਨੂੰ ਕੋਈ ਇਆਣਾ ਨਹੀਂ ਕਹਿੰਦਾ, ਉਹਦੇ ਲਈ ਸ਼ਬਦ ਮੂਰਖ ਵਰਤਿਆ ਜਾਂਦਾ। ਇਆਣਾ ਨਹੀਂ, ਅਣਜਾਣ ਨਹੀਂ, ਬੱਚਾ ਨਹੀਂ। ਗੁਰੂ ਸਾਹਿਬ ਨੇ ਆਪਣੀ ਬਾਣੀ 'ਚ ਬਚਨ ਕਿਹਾ, ਇਆਣੀ ਬਾਲੀ ਕਿਆ ਕਰੇ। ਅਜੇ ਅਣਜਾਣ ਹੈ, ਅਜੇ ਤੁਰੀ ਹੈ ਧਰਮ ਦੇ ਰਾਹ ਉੱਤੇ, ਇਹਨੂੰ ਸਮਝ ਨਹੀਂ ਅਜੇ ਕਿ ਧਰਮ ਕਿਵੇਂ ਕਮਾਣਾ। ਇਆਣੀ ਬਾਲੀ ਕਿਆ ਕਰੇ, ਜਾਂ ਧਨ ਕੰਤ ਨਾ ਭਾਵੇ, ਕਰਨ ਭਲਾ ਕਰੇ ਬਹੁ ਤੇਰੇ ਸਾ ਧਨ ਮੈਲ ਨਾ ਪਾਵੇ। ਵਿਣ ਕਰਮ ਕਿਛ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ, ਲੱਭ ਲੋਭ ਅਹੰਕਾਰ ਕੀ ਮਾਤੀ। ਅਹੰਕਾਰ ਵਿੱਚ ਮਸਤ ਹੋ ਗਈ। ਅਣਜਾਣ ਹੈ, ਇਆਣੀ ਹੈ, ਪਰ ਇਆਣੀ ਤੋਂ ਸਿਆਣੀ ਤੱਕ ਦਾ ਸਫ਼ਰ ਤੈਅ ਕਰਨਾ। ਧਰਮ ਕਮਾਣਾ, ਇਆਣ ਪੁਣੇ ਤੋਂ ਸਿਆਣਪ ਤੱਕ ਜਾਣਾ ਹੈ। ਪਰ ਜੇ ਇਆਣਪ ਤੋਂ ਸਿਆਣਪ ਵਿੱਚ ਰੂਪਾਂਤਰ ਨਹੀਂ ਹੋਇਆ ਤਾਂ ਫਿਰ ਮੂਰਖ ਰਹਿ ਗਿਆ। ਇਆਣਾ ਸਿਆਣਾ ਹੋ ਜਾਏ। ਕੋਈ ਬੱਚਾ ਗਲਤੀ ਕਰਦਾ, ਅਸੀਂ ਝੱਟ ਇੱਕ ਸ਼ਬਦ ਵਰਤਨੇ, ਕੋਈ ਗੱਲ ਨਹੀਂ, ਬੱਚਾ ਹੈ, ਸਿਆਣਾ ਹੋ ਕੇ ਹਟ ਜਾਏਗਾ। ਉਹ ਕਿਸੇ ਨੂੰ ਗੰਦਾ ਬੋਲ ਦਿੰਦਾ, ਅਸੀਂ ਉਹਨੂੰ ਸਮਝਾਉਂਦੇ ਹਾਂ ਤੇ ਨਾਲ ਹੀ ਜਿਸ ਨੂੰ ਬੋਲਿਆ ਉਹਨੂੰ ਕਹਿੰਦੇ ਜੀ ਬੱਚਾ ਹੈ, ਮੁਆਫ ਕਰ ਦਿਓ, ਸਿਆਣਾ ਹੋ ਜਾਏਗਾ, ਆਪੇ ਸ਼ਬਦ ਸਬਰ ਜਾਣਗੇ। ਇਹ ਬਚਨ ਵਰਤਨੇ। ਇਆਣਾ ਤੇ ਮੂਰਖ ਦੋਨਾਂ ਵਿੱਚ ਫਰਕ ਹੈ। ਹੁਣ ਰਾਵਣ ਲਈ ਇੱਕ ਸ਼ਬਦ ਵਰਤਦੇ ਆ ਗੁਰੂ ਪਾਤਸ਼ਾਹ ਆਪਣੀ ਬਾਣੀ ਵਿੱਚ, ਮੂਰਖ ਰਾਵਣ ਕਿਆ ਲੈ ਗਿਆ। ਇਆਣਾ ਨਹੀਂ ਸੀ ਨਾ, ਸਮਝਦਾਰ ਸੀ। ਉਹਨੇ ਵੇਦ ਸ਼ਾਸਤਰ ਪੜ੍ਹੇ ਨੇ, ਜ਼ੁਬਾਨੀ 4 ਵੇਦਾਂ ਨੂੰ ਕੰਠ ਕਰੀ ਬੈਠਾ ਹੈ। ਇੰਨਾ ਕੁਝ ਜਾਣਦਾ ਹੋਇਆ ਵੀ ਗਲਤ ਕਿਰਿਆ ਕਰੇ, ਗਲਤ ਕਰਮ ਕਰੇ, ਉਹਦੇ ਲਈ ਸ਼ਬਦ ਮੂਰਖ ਵਰਤ ਦਿੱਤਾ ਗਿਆ ਬਾਣੀ ਵਿੱਚ। ਧਨ ਜੋਬਨ ਅਰ ਫੁੱਲੜਾ। ਹੁਣ ਬਚਨ ਪੜੋ, ਰਾਜੇ ਰਜਤ ਸਿਕਦਾਰ ਕੋਏ ਨਾ ਰਹਿਸੀਓ, ਹਟ ਪਟਣ ਬਾਜ਼ਾਰ ਹੁਕਮੀ ਢੈਸੀਓ, ਪੱਕੇ ਬੰਕ ਦੁਆਰ ਮੂਰਖ ਜਾਣੈ ਆਪਣੇ। ਤੇ ਫਿਰ ਜਿਹੜੇ ਭੰਡਾਰ ਭਰੇ ਪਏ ਨੇ ਦੌਲਤ ਦੇ, ਬੇਸ਼ੁਮਾਰ ਭਰੇ ਪਏ ਨੇ,
ਪਾਤਸ਼ਾਹ ਕਹਿੰਦੇ ਇੱਕ ਛਿਨ ਵਿੱਚ ਉਹ ਭੰਡਾਰ ਖਾਲੀ ਹੋ ਜਾਂਦੇ ਨੇ, ਮਤ ਇਹਨੂੰ ਆਪਣੀ ਦੌਲਤ ਦਾ ਗੁਮਾਨ ਹੋਵੇ। ਤੁਸੀਂ ਪੜੋ ਬਾਣੀ ਦੇ ਬਚਨ, ਰੀਤੇ ਭਰੇ ਸਖਨਾਵੇਂ ਯਹ ਤਾਂ ਕੋ ਵਿਵਹਾਰੇ। ਇਹ ਰੱਬ ਦਾ ਰੋਜ਼ ਦਾ ਵਿਵਹਾਰ ਆ। ਰੀਤੇ ਕਹਿੰਦੇ ਖਾਲੀ ਜਿਹੜੇ ਨੇ ਉਹਨਾਂ ਨੂੰ ਭਰ ਦਿੰਦਾ, ਕਿਉਂਕਿ ਉਹਨਾਂ ਅੰਦਰ ਗੁਮਾਨ ਹੀ ਨਹੀਂ ਹੁੰਦਾ ਵੀ ਹੈ ਹੀ ਕੋਲ ਕੁਝ ਨਹੀਂ। ਤੇ ਜਿਹਦੇ ਕੋਲ ਕੁਝ ਨਹੀਂ ਉਹਨੂੰ ਗੁਮਾਨ ਕਾਹਦਾ ਹੋਣਾ? ਹੋਏ ਦਾ ਹੀ ਗੁਮਾਨ ਹੈ ਨਾ। ਸਾਹਿਬ ਕਹਿੰਦੇ ਰੀਤੇ ਭਰੇ ਸਖਨਾਵੇਂ, ਜਿਹੜੇ ਭਰੇ ਹੋਏ ਨੇ ਪਰ ਅਹੰਕਾਰ ਕਰਦੇ ਨੇ, ਉਹਨਾਂ ਦੇ ਖਜ਼ਾਨਿਆਂ ਨੂੰ ਇੱਕ ਛਿਨ ਵਿੱਚ ਸਤਿਗੁਰੂ ਖਾਲੀ ਕਰ ਦਿੰਦੇ। ਭਰੇ ਹੋਏ ਭੰਡਾਰ ਇੱਕ ਛਿਨ ਵਿੱਚ ਖਾਲੀ ਹੋ ਗਏ, ਵੇਂਦਿਆਂ ਹੀ ਵੇਂਦਿਆਂ। ਬੜੀ ਸ਼ਾਨ, ਬੜਾ ਮਾਨ ਸੀ, ਬੜੀ ਦੌਲਤ ਸੀ, ਬੇਸ਼ੁਮਾਰ ਸੰਪਤੀ ਸੀ, ਪਰ ਵੇਂਦਿਆਂ ਹੀ ਵੇਂਦਿਆਂ ਉਜੜ ਗਈ, ਉਹ ਕੋਲ ਨਾ ਰਹੀ। ਕਿਉਂਕਿ ਅਹੰਕਾਰ ਨੇ ਉਸ ਬੰਦੇ ਨੂੰ ਇਤਨਾ ਮੂਰਖ ਬਣਾ ਦਿੱਤਾ ਕਿ ਉਹਨੇ ਕਿਸੇ ਇਨਸਾਨ ਨੂੰ ਇਨਸਾਨ ਸਮਝਣਾ ਹੀ ਬੰਦ ਕਰ ਦਿੱਤਾ। ਇਨਸਾਨੀਅਤ ਚਲੀ ਗਈ। ਨਿਰੰਕਾਰ ਨੇ ਪਲਟਾ ਲਾਇਆ ਔਰ ਭਰੇ ਹੋਏ ਨੂੰ ਇੱਕ ਛਿਨ ਵਿੱਚ ਖਾਲੀ ਕਰ ਦਿੱਤਾ। ਇਹ ਉਹਦਾ ਵਿਵਹਾਰ ਹੈ ਨਿਤ ਦਾ। ਇਸ ਲਈ ਕਦੇ ਵੀ ਬੰਦੇ ਨੂੰ ਗੁਮਾਨ ਨਹੀਂ ਕਰਨਾ ਚਾਹੀਦਾ ਆਪਣੀ ਦੌਲਤ ਤੇ, ਆਪਣੇ ਧਨ ਤੇ, ਆਪਣੀ ਪੂੰਜੀ ਉੱਤੇ। ਔਰ ਸਾਹਿਬ ਜੀ ਬਾਣੀ ਵਿੱਚ ਬਚਨ ਕਹਿ ਰਹੇ ਨੇ, ਕਹਿੰਦੇ ਇਹ ਉਹਦਾ ਵਿਵਹਾਰ ਹੈ। ਜਿਵੇਂ ਸਾਡਾ ਵਿਵਹਾਰ ਹੈ, ਅਸੀਂ ਸਵੇਰੇ ਚੱਲੇ, ਸ਼ਾਮ ਤੱਕ ਭੱਜ ਦੌੜ ਕੀਤੀ, ਥੱਕ ਕੇ ਘਰ ਆ ਗਏ, ਸੌਂ ਗਏ, ਸਵੇਰੇ ਜਾਗੇ, ਫਿਰ ਕਿਰਿਆ ਸ਼ੁਰੂ। ਰੱਬ ਦਾ ਵਿਵਹਾਰ ਹੈ, ਉਹ ਸਾਰਿਆਂ ਤੇ ਨਜ਼ਰ ਮਾਰਦਾ ਰਹਿੰਦਾ। ਕਿਹੜਾ ਨਮਰ ਏ, ਕਿਹੜਾ ਅਹੰਕਾਰ ਵਿੱਚ ਏ। ਅਹੰਕਾਰੀ ਦਾ ਭਾਂਡਾ ਪਲਟ ਦਿੰਦਾ ਹੈ ਸਮਾਂ ਪਾ ਕੇ, ਤੇ ਕਿਸੇ ਨਿਮਰਤਾ ਵਾਲੇ ਦਾ ਭਾਂਡਾ ਭਰਦਾ ਚਲਿਆ ਜਾਂਦਾ ਹੈ। ਇਹ ਉਹਦਾ ਕਰਮ ਹੈ। ਦਰਬ ਭਰੇ ਭੰਡਾਰ ਰੀਤੇ ਇੱਕ ਖਣੇ, ਤਾਜੀ ਰਥ ਤੁਖਾਰ ਹਾਥੀ ਪਾਖਰੇ। ਤਾਜੀ ਕਹਿੰਦੇ ਆ ਅਰਬੀ, ਚੰਗੀ ਨਸਲ ਦੇ ਅਰਬੀ ਘੋੜੇ ਜਿਹੜੇ, ਉਹਦੇ ਵਾਸਤੇ ਤਾਜੀ ਸ਼ਬਦ ਜਿਹੜਾ ਬਾਣੀ ਵਿੱਚ ਵਰਤਿਆ ਗਿਆ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਲਿਖਣ ਮੁਤਾਬਿਕ। ਤਾਜੀ ਰਥ, ਜਿਹੜੇ ਰਥ ਅੱਗੇ 4 ਘੋੜੇ ਜਾਂ 6 ਘੋੜੇ ਜੋੜੇ ਜਾਂਦੇ ਨੇ, ਉਹ ਰਥ ਬੜੀ ਸ਼ਾਨ ਨਾਲ ਉਹਦੇ ਉੱਤੇ ਮਾਣ ਵਾਲਾ ਬੰਦਾ ਬਹਿੰਦਾ। ਤਾਜੀ ਰਥ ਤੁਖਾਰ, ਤੁਖਾਰ ਸ਼ਬਦ ਜਿਹੜਾ ਊਠ ਲਈ ਵਰਤਿਆ ਜਾਂਦਾ ਹੈ। ਤੁਖਾਰ ਸ਼ਬਦ ਊਠ ਵਾਸਤੇ। ਧਨਵਾਨ ਲੋਕਾਂ ਦੇ ਕੋਲ ਘੋੜੇ, ਰਥ ਤੇ ਰੇਤਲੇ ਅਸਥਾਨਾਂ ਤੇ ਚੱਲਣ ਲਈ ਉਹਨਾਂ ਦੇ ਕੋਲ ਊਠ ਆਦਿਕ ਵੀ ਰੱਖੇ ਹੁੰਦੇ ਸਨ। ਉਹਨਾਂ ਉੱਤੇ ਸਮੱਗਰੀ ਲੱਦਣੀ ਤੇ ਲੈ ਜਾਣੀ। ਪੌਂਟਾ ਸਾਹਿਬ ਦਾ ਜਦੋਂ ਜੰਗ ਹੋਇਆ ਤੇ ਕਵੀ ਸੰਤੋਖ ਸਿੰਘ ਚੂੜਾਮਣੀ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਵੀ ਜਦੋਂ ਸਤਿਗੁਰਾਂ ਨੇ ਪੌਂਟਾ ਸਾਹਿਬ ਦਾ ਜੰਗ ਕੀਤਾ ਹੈ, ਭੰਗਾਣੀ ਦਾ ਯੁੱਧ ਜਿਹਨੂੰ ਕਹਿੰਦੇ ਹੋ, ਜਦੋਂ ਭੰਗਾਣੀ ਤੋਂ ਵਾਪਸ ਆਨੰਦਪੁਰ ਸਾਹਿਬ ਵੱਲ ਗਏ ਨੇ ਨਾ ਸਤਿਗੁਰੂ, ਤੇ ਸਤਿਗੁਰਾਂ ਨੇ ਆਪਣੀਆਂ ਖਚਰਾਂ ਤੇ ਊਠਾਂ ਉੱਤੇ ਉੱਥੋਂ ਸਾਰੀ ਸਮੱਗਰੀ ਲੱਦ ਕੇ ਆਨੰਦਪੁਰ ਸਾਹਿਬ ਵੱਲ ਨੂੰ ਕੂਚ ਕੀਤਾ। ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਊਠ ਵੀ ਮੌਜੂਦ ਸਨ। ਕਵੀ ਸੰਤੋਖ ਸਿੰਘ ਦੇ ਲਿਖਣ ਮੁਤਾਬਿਕ ਘੋੜੇ ਤੇ ਹਨ, ਖਚਰਾਂ ਤੇ ਹਨ ਜਿਨ੍ਹਾਂ ਉੱਤੇ ਖਜ਼ਾਨਾ ਲੱਦ ਕੇ ਜਾਂਦਾ ਸੀ। ਊਠ ਨੇ ਜਿਨ੍ਹਾਂ ਉੱਤੇ ਭਾਰੀ ਬੋਝਲ ਸਮਾਨ ਵੀ ਲੱਦ ਕੇ ਲਿਜਾਇਆ ਜਾਂਦਾ ਸੀ। ਇਹ ਧਨਵਾਨ ਲੋਕਾਂ ਦੀ ਇੱਕ ਲਿਸਟ ਹੈ ਜਿਹਦੇ ਵਿੱਚ ਇਹਨਾਂ ਕੋਲੇ ਸਾਰੀ ਸਮੱਗਰੀ ਮੌਜੂਦ ਹੁੰਦੀ ਹੈ। ਤਾਜ਼ੀ ਰਥ ਤੁਖਾਰ ਹਾਥੀ ਪਾਖਰੇ। ਹਾਥੀ ਪਾਖਰੇ ਕਹਿੰਦੇ ਆ ਉਹਨਾਂ ਉੱਤੇ ਲੱਕੜ ਦੇ ਬਣਾ ਕੇ ਜਿਹੜੇ ਪਾਏ ਹੋਏ ਹੌਜ਼, ਵੱਡੇ ਵੱਡੇ ਕੜਵੰਜੇ ਜਿਹੇ ਬਣਾ ਕੇ ਹਾਥੀ ਦੇ ਉੱਤੇ ਰੱਖ ਦਿੱਤਾ ਜਾਂਦਾ। ਉਹਦੇ ਨਾਲ ਆਪਣਾ ਆਸਣ ਸਿੰਘਾਸਣ ਲਾਇਆ ਉਹਦੇ ਵਿੱਚ, ਔਰ ਨਾਲ ਕੁਝ ਸਮੱਗਰੀ ਰੱਖਣੀ ਹੈ, ਛਕਣ ਦੇ ਪਦਾਰਥ ਰੱਖ ਲੈ, ਨਾਲ ਇੱਕ ਮੁਹਾਵਤ ਬਹਿ ਗਿਆ। ਉਹ ਹੌਜ਼ ਜਿਹੜਾ ਬਣਾਇਆ ਉੱਤੇ ਲੱਕੜੀ ਦਾ, ਉਹਨੂੰ ਪਾਖਰੇ ਕਹਿੰਦੇ। ਤਾਜ਼ੀ ਰਥ ਤੁਖਾਰ ਹਾਥੀ ਪਾਖਰੇ। ਤੇ ਫਿਰ ਇਰਦ ਗਿਰਦ ਝਾਤ ਮਾਰ ਕੇ ਵੇਖਦਾ, ਉਹਦੇ ਕੋਲ ਤੰਬੂ ਪਲੰਗ ਨਿਵਾਰ ਸਰਾਇਚੀ ਲਾਲਤੇ। ਤੰਬੂ ਪਲੰਗ ਨਿਵਾਰੀ ਪਲੰਗ, ਸਰਾਇਚੇ ਕਨਾਤਾਂ, ਲਾਲਤੀ ਬਨਾਤਾਂ। ਹਜ਼ੂਰ ਕਹਿੰਦੇ ਨੇ ਇਹ ਸਾਰਾ ਕੁਝ ਉਹਦੇ ਕੋਲ ਮੌਜੂਦ ਹੈ। ਪਰ ਇਸ ਬਾਬਰੇ ਨੂੰ ਇਹ ਨਹੀਂ ਪਤਾ ਕਿ ਇੰਨੀ ਸ਼ਾਨੋ ਸ਼ੌਕਤ, ਮਾਨ ਸਨਮਾਨ, ਹਾਥੀ ਘੋੜੇ ਰਥ, ਇਹ ਸਭ ਕੁਝ ਇੱਕ ਦਿਨ ਛੱਡ ਕੇ ਮੈਂ ਕੂਚ ਕਰਨਾ।
क्योंकि ये सब चीज़ां मुक्कण वालियां ने। धन, जोबन अर फुल्लड़ा, ये तीन चीज़ां का पहला जिक्र किया है। चौथी पब्बन केरे पत ज्यों ढल ढुल जुमनार। धन नहीं रहना, जवानी ने बरकरार नहीं रहना, ये कूच करेगी। कदे किसी की जवानी बरकरार रही है? वारी दे नाल सारियां दी जवानी बुढ़ेपे विच रूपांतर हुई। ये पता लग गया ना भी जो दिन आवे सो दिन जाही। जिहड़ा दिन आया है वो दिन साडे हाथ च पकड़िया नहीं रहना। उस दिन ने रात विच रूपांतर होना, रात ने फिर दिन विच रूपांतर हो जाना है और सब कुछ तब्दील होंदा जाना। ये पक्का नहीं रहना। जो दिन आवे सो दिन जाही, करना कूच रहन थिर नाही। जवानी नहीं रहनी, असी नहीं रहना। संग चलत है, खबर आ गई है, फलां जवान जहान चलाना कर गया, फलां बच्चा चलाना कर गया, फलां बुढ़ा चलाना कर गया। संग चलत है। साडे संबंधी, साडे सज्जन मित्र, भैन भाई, निकटवर्ती, जिन्हां दियां खबरां रोज साडे कान पैंदियां ने ते रोज साडे अंदर एक दर्द, एक दुख व्यापदा है। अज मेरा फलां चलाना कर गया है, अज फलां संबंधी दी खबर आ गई है। पातशाह कहंदे संग चलत है, पर तू क्यों भुल गया? संगी चले गए, तैनू ये गल क्यों विसर गई? पातशाह याद कराउंदे ने, कहन लगे हम भी चलना। किथे जाना है महाराज? कहन लगे दूर गवन। बड़ा लंबा सफर तय करना, पता नहीं किन्नियां कजोनियां विच भटकना होनी है। दूर गवन, सिर ऊपर मरना। सिर ऊपर का अर्थ है जरूरी तौर पर। सिर ऊपर का अर्थ सिर ते मौत नहीं, ਇਹਦਾ अखरी अर्थ है सिर ऊपर जरूरी तौर पर। भाव पक्के तौर पर तेरी मौत आनी है। कोई दुनिया की ताकत तैनू हमेशा तो कायम नहीं रख सकती, ना कोई रहा ते ना रहेगा। संग चलता है हम भी चलना, दूर गवन सिर ऊपर मरना। फिर की करिए? कहन लगे क्या तू सोया जाग एआना। इथे शब्द एआना वरत्या है। अजे सुचेत किया जा रहा ना भी जाग ले, अजे समा है तेरे को। जिथे समा गुजर जाने की गल होगी भी गुजर गया है जां तेरे हथों कूच कर गया है, उत्थे शब्द मूर्ख वरतणगे। जिथे अगों सुचेत करना होवे उत्थे शब्द एआना वरतणगे। गुरबाणी विच नियम सतगुरां ने रखिया। क्या तू सोया, सवेरे सवेरे बच्चे नूं झंझोड़ के जगांदे ने माँ बाप, उठ बेटा टाइम हो गया स्कूल जाण दा, तू कॉलेज जाना है, तेरा वक्त हो गया, जल्दी कर, ढिल ना कर, देर हुंदी जा रही है, वेख घड़ी ते टाइम कितना हो गया है, 3 बार अलार्म वज गया है, तू अजे नहीं जागया। उन्होंने वार वार झंझोड़ते हैं। मेरा साहिब सानू हर रोज झंझोड़दा है। कहन लगे तू सुता पिया, क्या तू सोया जाग एआना। अगों घेसल वट्टी मार के कहंदा अजे टाइम है। साहब कहंदे भोलिया नहीं, तेनू भुलेखा है, टाइम नहीं है हुण तेरे कोल, सिर्फ तेरे मन का भुलेखा है, तेरे मन का भरम है, भरम तोड़। क्या तू सोया जाग एआना, तैं जीवन जग सच कर जाना। तू समझदा जे मेरी जिंदगी है, तू इनू सच समझ लिया भी ये बिनसेगा नहीं। अपनी घड़ी वाल देख के फिर लेट जाता, अजे तो समा है मेरे को नहीं। प्यारिया, उस मालिक दे चलाए हुए इस वक्त ने तेरे थमिया नहीं रहना। ये कूच कर रहा है। इसलिए तैं जीवन जग सच कर जाना, जिन जियो दिया। चिंता ना करया कर बहुती, जिसने तैनू जिंद दिती है ना, वो तेनू भोजन भी देगा। उन्हें बड़ा फिक्र है। ये फिक्र की पंड अपने सिर ते ना चुकया कर। इन्ना ना फिक्र करके सब कुछ मैं ही कर रहा। आसमान वाल झात मारीए तो खलोता है ना आपे। दरखत हवा के झोंकियां नाल मस्ती में आपे झूल रहे ने। जमीन ते उगे हुए घाह दे तिनके आपे वध फुल रहे ने। चिंता नहीं हो रही उन्होंने। वो फिक्र नहीं कर रहे भी असीं वड्डे होना है, जवान होना है, उच्चे होना है। दरखत फिक्र विच नहीं हैं। आसमान दियां चोटियां नूं छूही जांदे ने, वधदे चले जांदे ने, पर फिक्रमंद नहीं। फिक्रमंद है तो सिर्फ एक बंदा कि मैं होर अगे वधना चाहना। अंदर प्रबल तमन्ना।
ਹਜ਼ੂਰ ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿੰਦੇ, ਜਿਨ ਜੀਓ ਦੀਆ ਸੋ ਰਿਜ਼ਕ ਅੰਬਰਾਵੇ, ਸਭ ਘਟ ਪੀਤਰ ਹਾਟ ਚਲਾਵੇ। ਉਹਦੀ ਦੁਕਾਨ ਹਰ ਥਾਵੇਂ ਚੱਲ ਰਹੀ ਹੈ, ਪਾਣੀ ਵਿੱਚ, ਧਰਤੀ ਤੇ, ਅਸਮਾਨ ਵਿੱਚ, ਜ਼ਮੀਨ ਹੇਠਾਂ, ਹਰ ਥਾਵੇਂ। ਪੱਥਰਾਂ ਦੇ ਅੰਦਰ ਵੀ ਉਹਦੀਆਂ ਦੁਕਾਨਾਂ ਲਾਈਆਂ ਹੋਈਆਂ ਨੇ, ਜਿਹੜੇ ਬੰਦ ਨੇ, ਬਿਲਕੁਲ ਬੰਦ ਨੇ, ਜਿਨ੍ਹਾਂ ਦੇ ਅੰਦਰ ਕੋਈ ਕੀੜਾ ਰੱਖਿਆ ਪਰ ਚਾਰੇ ਪਾਸਿਓਂ ਰਸਤਾ ਬੰਦ ਏ, ਉੱਥੇ ਵੀ ਉਹਦੀ ਹੱਟ ਚੱਲਦੀ ਪਈ ਏ ਭੋਲਿਆ, ਉੱਥੇ ਵੀ ਰਿਜ਼ਕ ਪਿਆ ਆਪਣਾਂਦਾ ਹੀ। ਤੇ ਤੂੰ ਕਿਉਂ ਫਿਕਰ ਕਰ ਰਿਹਾ? ਇਹ ਫਿਕਰ ਦੀਆਂ ਪੰਡਾਂ ਆਪਣੇ ਸਿਰ ਤੇ ਚੁੱਕ ਕੇ ਨਾ ਫਿਰ, ਕਿਉਂਕਿ ਇਸੇ ਫਿਕਰ ਨੇ ਇਨਸਾਨ ਨੂੰ ਰੋਗੀ ਬਣਾਇਆ ਹੈ, ਇਸੇ ਫਿਕਰ ਨੇ ਇਨਸਾਨ ਨੂੰ ਸੋਗੀ ਬਣਾਇਆ ਹੈ, ਔਰ ਆਪਣੇ ਇਸ ਸਰੀਰ ਤੋਂ ਇਹ ਇੰਨਾ ਕੰਮ ਲੈਂਦਾ ਹੈ ਕਿ ਫਿਰ ਜ਼ਮੀਨ ਤੇ ਲੇਟ ਕੇ, ਬਿਸਤਰ ਤੇ ਲੇਟ ਕੇ ਫਿਰ ਕਹਿੰਦਾ ਹੈ ਅੱਜ ਤੇ ਬਹੁਤ ਥੱਕ ਗਿਆ। ਆਪਣੇ ਸਰੀਰ ਦੀ એનર્ਜੀ ਦਾ ਇਸਤੇਮਾਲ ਕਰੀਏ, ਪਰ ਜਿਹੜੀ 24 ਘੰਟਿਆਂ ਵਿੱਚ ਅਸੀਂ ਇਸਤੇਮਾਲ ਕਰਨੀ ਹੈ, ਉਹਨੂੰ ਇੰਨੀ ਜ਼ਿਆਦਾ ਕੁਝ ਘੰਟਿਆਂ ਵਿੱਚ ਇਸਤੇਮਾਲ ਨਾ ਕਰਕੇ ਫਿਰ ਨਿਟਾਲ ਹੋ ਜਾਏ। ਸੁਚੇਤ ਰਹਿ, ਕਿਉਂਕਿ ਰੋਗਾਂ ਦਾ ਕਾਰਨ ਬਣੇਗਾ। ਔਰ ਐਸਾ ਹੋ ਕਿਉਂ ਰਿਹਾ? ਅਖਬਾਰ ਪੜ੍ਹਦੇ ਆ, ਰੋਟੀ ਕਿਉਂ ਖਾ ਰਹੇ? ਤੇਰੇ ਕੋਲ ਰੋਟੀ ਖਾਣ ਦਾ ਵੀ ਵਕਤ ਨਹੀਂ ਹੈ। ਇੱਕ ਪਾਸੇ ਅਖਬਾਰ ਰੱਖੀਏ, ਇੱਕ ਗਰਾਈ ਮੁੱਖ ਵਿੱਚ ਪਾ ਲੈਂਦਾ ਹੈ, ਧਿਆਨ ਉਹਦੇ ਵੱਲ ਵੀ ਮਾਰ ਲੈਂਦਾ ਹੈ, ਆਪਣੇ ਪੇਟ ਨੂੰ ਠੂਸ ਠੂਸ ਕੇ ਭਰਦਾ ਹੈ, ਉਹਨੂੰ ਪਚਣ ਦਾ ਟਾਈਮ ਤੇ ਦਿੰਦਾ ਹੀ ਨਹੀਂ। ਕਿਉਂਕਿ ਬੰਦੇ ਦਾ ਦਿਮਾਗ ਕਿਸੇ ਵਕਤ ਵੀ ਖਾਲੀ ਨਹੀਂ ਰਹਿੰਦਾ, ਹਰ ਪਲ ਇਸ ਫਿਕਰ ਵਿੱਚ ਮੈਂ ਵਕਤ ਬਚਾਵਾਂ, ਇਸ ਲਈ ਅਖਬਾਰ ਵੀ ਨਾਲੇ ਹੀ ਪੜ੍ਹਦਾ ਤੇ ਰੋਟੀ ਵੀ ਨਾਲੇ ਹੀ ਖਾਂਦਾ। ਇਸ ਫਿਕਰ ਨੂੰ ਛੱਡ, ਜਿਨ ਜੀਓ ਦੀਆ ਸੋ ਰਿਜ਼ਕ ਅੰਬਰਾਵੇ। ਕਰਮ ਕਰੀ ਜਾ ਪਰ ਫਿਕਰ ਨਾ ਕਰ। ਕਰਮ ਤੇ ਰੋਕ ਨਹੀਂ ਹੈ, ਯਤਨ ਕਰੀ ਜਾਣਾ ਹੈ, ਕਰਮ ਕਰੀ ਜਾਣਾ ਹੈ, ਪਰ ਫਿਕਰ ਨਹੀਂ ਕਰਨਾ, ਕਿਉਂਕਿ ਤੇਰੇ ਫਿਕਰ ਕਰਨ ਨਾਲ ਅੱਜ ਤੋਂ ਪਹਿਲਾਂ ਵੀ ਕੁਝ ਬਦਲਿਆ ਨਹੀਂ ਤੇ ਅੱਜ ਤੋਂ ਬਾਅਦ ਵੀ ਕੁਝ ਬਦਲੇਗਾ ਨਹੀਂ। ਜੋ ਵਰਤਣਾ ਹੈ ਉਹ ਸਹਿਜ ਸੁਭਾਅ ਵਰਤਣਾ। ਜਿਨ ਜੀਓ ਦੀਆ ਸੋ ਰਿਜ਼ਕ ਅੰਬਰਾਵੇ, ਸਭ ਘਟ ਭੀਤਰ ਹਾਟ ਚਲਾਵੇ, ਕਰ ਬੰਦਗੀ ਛਾੜ ਮੈਂ ਮੇਰਾ। ਆਪਣੀ ਹਉਮੈ ਤਿਆਗ, ਇਹ ਚੀਜ਼ ਮੇਰੀ ਹੈ, ਇਹਦਾ ਵੀ ਭਰਮ ਚਿੱਤ ਚੋਂ ਕੱਢ ਦੇ, ਕਿਉਂਕਿ ਤੇਰੀ ਨਹੀਂ ਹੈ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਰਾਮ ਸੰਭਾਰ ਸਵੇਰਾ। ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਵਕਤ ਸਿਰ ਸੰਭਾਲ, ਕਿਉਂਕਿ ਜਵਾਨੀ ਗੁਜ਼ਰ ਚੱਲੀ ਹੈ। ਕਈ ਵਾਰ ਮੈਂ ਅਰਜ਼ ਕੀਤੀ, ਜਪਕੀ ਜਰਾ ਸੀ ਆਂਖ ਤੋਂ ਜਵਾਨੀ ਗੁਜ਼ਰ ਗਈ। ਅੱਖ ਦੇ ਝਪਕਣ ਜਿੰਨੇ ਸਮੇਂ ਵਿੱਚ ਜਵਾਨੀ ਹੱਥੋਂ ਕੂਚ ਕਰ ਗਈ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ,